ਵਾਹਿਗੁਰੂ ਜੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਜਾਂ ਤੂੰ ਮੇਰੇ ਵੱਲ ਹੈ, ਤਾਂ ਕਿਆ ਮੋਹ ਛੰਦਾ। ਤੁਧ ਸਭ ਕਿਛ ਮੈਨੋ ਸੰਪਿਆ, ਜਾਂ ਤੇਰਾ ਬੰਦਾ। ਲਖਮੀ ਟੋਟ ਨ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ, ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਗੈ ਮੰਦਾ। ਲੇਖਾ ਕੋਇ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਅਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰਿਆ, ਜਾਂ ਤੁਧ ਪਾਵੰਦਾ। ਸੁਖਾਉ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਇ। ਦਰਸ਼ਨ ਪਰਸੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ। ਨੂਰ ਅਰਸੋਂ ਪੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਭਲ ਜਨਮ ਜਨਮ ਦੀ, ਤੁਧ ਡਿਠੇ ਸੱਚੇ ਪਾਤਸ਼ਾਹ। ਭਲ ਜਨਮ ਜਨਮ ਕਟਿਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੋਹੀ ਮਹਲਾ ਪੰਜਵਾ। ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ। ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਾ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਘਟ ਘਟ ਵਾਸੀ ਸਰਬ ਬਿਨਵਾਸੀ, ਨੇਰਾ ਹੀ ਤੇ ਨੇਰਾ। ਨਾਨਕ ਦਾਸ ਸਦਾ ਸਰਨਾਗਤ, ਹਰਿ ਅੰਮ੍ਰਿਤ ਸੱਜਣ ਮੇਰਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜ ਰਹੇ ਸੁੰਦਰ ਦੀਵਾਨ ਦੇ ਵਿੱਚ ਆਪ ਸੰਗਤਾਂ ਨੇ ਸੁਸ਼ੋਭਿਤ ਹੋ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਸਰਵਣ ਕਰਕੇ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕੀਤਾ ਹੈ। ਸੋ ਇਸ ਵੇਲੇ ਆਪਾਂ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ
ਸਤਿਗੁਰਾਂ ਦੇ ਦਰਬਾਰ ਵਿੱਚ ਸੁਭਾਏਮਾਨ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਐਸੀ ਬਾਣੀ ਨੂੰ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪੰਜਵਾਂ। ਛੰਤ ਸੂਹੀ ਰਾਗ ਦਾ ਇਹ ਸ਼ਬਦ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਨਾਮ ਸਰੂਪ ਦਾ ਹੈ ਅਤੇ ਜੋ ਪੰਜਵਾਂ ਲਿਖਿਆ ਮਹਾਰਾਜ ਨੇ ਉਹ ਅੰਕ ਦੀ ਗਿਣਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦੇ ਜੋ ਪੰਜਵੀਂ ਥਾਂ ਤੇ ਬੈਠੇ ਗੁਰੂ ਅਰਜਨ ਦੇਵ ਮਹਾਰਾਜ, ਉਹ ਗੁਰੂ ਹਨ। ਐਸੇ ਸਤਿਗੁਰੂ ਜੀ ਸ਼ਬਦ ਉਚਾਰਦੇ। ਸੂਹੀ ਰਾਗ ਦਾ ਨਾਮ ਹੈ। ਆਪਾਂ ਜਾਣਦੇ ਹਾਂ 31 ਰਾਗ ਰਾਗਣੀਆਂ ਹਨ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ। ਉਹਦੇ ਵਿੱਚ ਇੱਕ ਸੂਹੀ ਨਾਮ ਦਾ ਵੀ ਰਾਗ ਹੈ। ਇਹ ਰਾਗ ਦਾ ਨਾਮ ਹੈ ਸੂਹੀ। ਔਰ ਇਸ ਦੇ ਵਿੱਚ ਪੰਚਮ ਪਾਤਸ਼ਾਹ ਦਾ ਇਹ ਸ਼ਬਦ ਹੈ। ਸ਼ੰਤ ਨਾਮ ਦੀ ਬਾਣੀ ਬਖਸ਼ਿਸ਼ ਕਰਦੇ। ਔਰ ਇਸ ਰਾਗ ਦੇ ਵਿੱਚ ਇਹ ਸਭ ਤੋਂ ਅਖੀਰਲਾ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ। ਇਸ ਤੋਂ ਅੱਗੇ ਫਿਰ ਵਾਰਾਂ ਸ਼ੁਰੂ ਹੋ ਜਾਣਗੀਆਂ, ਵਾਰ ਸ਼ੁਰੂ ਹੋ ਜਾਏਗੀ, ਫਿਰ ਭਗਤਾਂ ਦੀ ਬਾਣੀ ਆ ਜਾਏਗੀ, ਫਿਰ ਰਾਗ ਦੀ ਸਮਾਪਤੀ ਹੈ। ਇਹ ਸੂਹੀ ਰਾਗ ਦਾ ਅਖੀਰਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਨਿਰੰਕਾਰ ਜੋ ਪਰਮੇਸ਼ਰ ਹੈ ਉਹ ਇੱਕ ਹੈ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹ ਪਰਮਾਤਮਾ ਇੱਕ ਹੀ ਇਸ ਤਰ੍ਹਾਂ ਦਾ ਹੈ, ਉਹਦੇ ਵਰਗਾ ਕੋਈ ਦੂਜਾ ਨਾ ਹੋਇਆ ਹੈ ਤੇ ਨਾ ਕੋਈ ਹੋਵੇਗਾ। ਉਸ ਇੱਕ ਦੀ ਪ੍ਰਾਪਤੀ ਕਰਨੀ ਹੈ ਤੇ ਸਤਿਗੁਰ ਪ੍ਰਸਾਦ, ਗੁਰੂ ਦੀ ਪ੍ਰਸੰਨਤਾ ਲੈ ਕੇ, ਗੁਰੂ ਪਾਤਸ਼ਾਹ ਦੀ ਖੁਸ਼ੀ ਲੈ ਕੇ ਫਿਰ ਉਹ ਪ੍ਰਮਾਤਮਾ ਮਿਲਦਾ ਹੈ। ਮਿੱਠ ਬੋਲਣਾ ਜੀ ਹਰ ਸੱਜਣ ਪ੍ਰੀਤ ਸੁਆਮੀ ਮੋਰਾ। ਸਤਿਗੁਰੂ ਬਖਸ਼ਿਸ਼ ਕਰਦੇ। ਮੋਰਾ ਤੋਂ ਭਾਵ ਹੈ ਮੇਰਾ। ਮੇਰਾ ਜੋ ਹਰੀ ਸੱਜਣ ਸੁਆਮੀ ਹੈ ਨਾ ਪ੍ਰਮਾਤਮਾ, ਉਹ ਮਿੱਠ ਬੋਲੜਾ ਜੀ, ਉਹ ਹਮੇਸ਼ਾ ਮਿੱਠੇ ਬਚਨ ਬੋਲਦਾ ਹੈ। ਪਰਮਾਤਮਾ ਦੀ ਜਿਹੜੀ ਆਵਾਜ਼ ਹੈ, ਜਿਹੜੇ ਬਚਨ ਹਨ ਉਹ ਬੜੇ ਮਿੱਠੇ ਹਨ। ਤਾਂ ਹੀ ਮਹਾਰਾਜ ਨੇ ਬਚਨ ਲਿਖਿਆ ਨਾ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਉਸ ਮਿੱਠਾ ਬੋਲਣ ਵਾਲੇ ਪ੍ਰਮਾਤਮਾ ਨੇ ਸਾਨੂੰ ਜ਼ੁਬਾਨ ਦਿੱਤੀ ਹੈ। ਕਾਹਦੇ ਵਾਸਤੇ? ਇਹ ਜ਼ੁਬਾਨ ਗਾਲਾਂ ਦੇਣ ਵਾਸਤੇ, ਮੰਦਾ ਕੁਮੰਦਾ ਬੋਲਣ ਵਾਸਤੇ, ਫਿੱਕਾ ਬੋਲਣ ਵਾਸਤੇ ਨਹੀਂ ਦਿੱਤੀ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ। ਇਹ ਜ਼ੁਬਾਨ ਮਾੜੇ ਬਚਨ ਬੋਲਣ ਨੂੰ ਨਹੀਂ ਹੈ। ਮਾੜੇ ਬਚਨ ਬੋਲੇਗਾ ਤੇਰਾ ਵੀ ਸਤਿਕਾਰ ਘਟੇਗਾ। ਇਹ ਜ਼ੁਬਾਨ ਬੋਲੀ ਹੈ ਜਿਨ ਜਿਹਵਾ ਦਿੱਤੀ ਬੋਲੇ ਤਾਤ। ਤਾਤ ਮਿੱਠੇ ਪਿਆਰੇ ਸ਼ਬਦ ਬੋਲਣ ਵਾਸਤੇ ਪ੍ਰਮਾਤਮਾ ਨੇ ਜ਼ੁਬਾਨ ਦਿੱਤੀ ਹੈ। ਇਸ ਜ਼ੁਬਾਨ ਦੇ ਨਾਲ ਪਿਆਰੇ ਸ਼ਬਦ ਆਖਿਆ ਕਰ। ਤੇ ਮਹਾਰਾਜ ਕਹਿਣ ਲੱਗੇ ਉਹ ਸੱਜਣ ਸੁਆਮੀ ਜੋ ਪ੍ਰਮਾਤਮਾ, ਉਹ ਵੀ ਭਾਈ ਮਿੱਠੇ ਬਚਨ ਹੀ ਬੋਲਣ ਵਾਲਾ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਜਿਨ੍ਹਾਂ ਨੇ ਬਚਨ ਸੁਣੇ ਨਾ ਭਗਤਾਂ ਨੇ ਪ੍ਰਮਾਤਮਾ ਦੇ, ਜਿਨ੍ਹਾਂ ਨੂੰ ਕੰਨਾਂ ਵਿੱਚ ਆਵਾਜ਼ ਪਈ ਹੈ, ਉਹਨਾਂ ਭਗਤਾਂ ਨੇ ਬਚਨ ਲਿਖਿਆ ਪ੍ਰਮਾਤਮਾ ਤੇਰੇ ਬੜੇ ਮਿੱਠੇ ਬੋਲ ਹਨ। ਐਸੇ ਮਿੱਠੇ ਬੋਲਾਂ ਨੂੰ ਤੂੰ ਬੋਲਣ ਵਾਲਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਹਰ ਸੱਜਣ ਸੁਆਮੀ ਮੋਰਾ। ਉਹ ਜਿਹੜਾ ਸਾਡਾ ਸੱਜਣ ਸੁਆਮੀ ਹੈ ਨਾ ਪ੍ਰਮਾਤਮਾ ਭਾਈ, ਮਿੱਠ ਬੋਲੜਾ ਜੀ, ਉਹ ਮਿੱਠੇ ਮਿੱਠੇ ਬਚਨਾਂ ਦੇ ਬੋਲਣ ਵਾਲਾ ਹੈ। ਐਸੇ ਮਿੱਠੇ ਬਚਨ ਬੋਲਦਾ ਕਿ ਮਨ ਨੂੰ ਮੋਹ ਹੀ ਲੈਂਦਾ ਹੈ। ਫਿਰ ਗੁਰਮੁਖ ਜਨ ਚਾਹੁੰਦੇ ਨੇ ਵੀ ਕੰਨਾਂ ਵਿੱਚ ਉਹਦੇ ਹੀ ਬਚਨ ਸੁਣੀ ਜਾਈਏ
ਕਿ ਉਸ ਪ੍ਰਮਾਤਮਾ ਦੇ ਬਚਨ ਨੇ ਗੁਰਮੁਖੋ ਗੁਰਬਾਣੀ ਦੇ ਵਿੱਚ, ਗੁਰਬਾਣੀ ਵੀ ਸਾਨੂੰ ਤਾਂ ਹੀ ਮਿੱਠੀ ਲੱਗਦੀ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਤਾਂ ਲਿਖਿਆ ਹੈ। ਇਹ ਸੱਚੀ ਬਾਣੀ ਵੀ ਮਿੱਠੀ ਹੈ, ਇਹਦੇ ਵਿੱਚ ਪ੍ਰਮਾਤਮਾ ਦੇ ਬੋਲ ਨੇ, ਔਰ ਉਹ ਬੋਲ ਜਦੋਂ ਕੰਨਾਂ ਵਿੱਚ ਪੈਂਦੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ। ਐਸਾ ਉਹ ਪ੍ਰਮਾਤਮਾ ਹੈ। ਓ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਪ੍ਰਮਾਤਮਾ ਜਿਹੜਾ ਹੈ ਕਦੇ ਨਾ ਬੋਲੇ ਕੌੜਾ। ਮਹਾਰਾਜ ਨੇ ਇਹ ਸ਼ਬਦ 2 ਵਾਰੀ ਲਿਖਿਆ ਹੈ, ਇੱਕ ਥਾਂ ਤੇ ਡਾੜਾ ਲਿਖਿਆ, ਇੱਕ ਥਾਂ ਤੇ ਰਾਰਾ ਲਿਖਿਆ ਹੈ। ਪਹਿਲੀ ਵਾਰੀ ਰਾਰਾ ਲਿਖਿਆ ਹੈ। ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਾਨੂੰ ਬਿਲਕੁਲ ਧਿਆਨ ਦੇਣਾ ਪਵੇਗਾ ਗੁਰਬਾਣੀ ਦੇ ਵੱਲ। ਮਹਾਰਾਜ ਕਹਿਣ ਲੱਗੇ ਹੁਣ ਸੰਭਲ ਥੱਕੀ ਜੀ, ਅਸੀਂ ਤੇ ਉਹਦੇ ਬਚਨਾਂ ਨੂੰ ਸਾਂਭ ਕੇ, ਕਿ ਉਹ ਪ੍ਰਮਾਤਮਾ ਐਸੀਆਂ ਬਖਸ਼ਿਸ਼ਾਂ ਕਰਦਾ ਹੈ, ਉਸ ਦੇ ਬਚਨਾਂ ਨੂੰ ਸੰਭਾਲਿਆ ਹੋਇਆ ਹੈ। ਉਹ ਕਦੇ ਨਾ ਬੋਲੇ ਕੌੜਾ, ਉਹ ਕਦੇ ਕੌੜਾ ਬਚਨ ਬੋਲਦਾ ਹੀ ਨਹੀਂ ਹੈ, ਹਮੇਸ਼ਾ ਚੜ੍ਹਦੀ ਕਲਾ ਦੇ ਬਚਨ, ਮਿੱਠੇ ਬਚਨ ਬੋਲਦਾ ਹੈ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਪੂਰਨ ਭਗਵਾਨ ਪਰਮੇਸ਼ਰ ਹੈ ਨਾ, ਉਹ ਕੌੜਾ ਬਚਨ ਤੇ ਗੁਰਮੁਖੋਂ ਬੋਲਣਾ ਜਾਣਦਾ ਹੀ ਨਹੀਂ ਹੈ। ਕੌੜਾ ਬਚਨ ਕਦੇ ਬੋਲਦਾ ਹੀ ਨਹੀਂ, ਕੌੜਾ ਬਚਨ ਕਦੇ ਮੁਖੋਂ ਨਿਕਲਦਾ ਹੀ ਨਹੀਂ। ਦੁਨਿਆਵੀ ਲੋਕਾਂ ਨੂੰ ਲੱਗਦਾ ਹੈ ਵੀ ਇਹ ਬਚਨ ਕੌੜਾ ਬੋਲਿਆ ਗਿਆ ਹੈ, ਗੁੱਸੇ ਨਾਲ ਬੋਲਿਆ ਗਿਆ ਹੈ, ਪਰ ਉਸ ਬਚਨ ਦੇ ਵਿੱਚ ਵੀ ਜੀਵ ਦਾ ਭਲਾ ਹੈ, ਹੁੰਦਾ ਉਹਦੇ ਵਿੱਚ ਭਲਾ ਹੀ ਹੈ। ਪਰ ਸਾਨੂੰ ਲੱਗਦਾ ਵੀ ਇਹ ਬਚਨ ਸਾਡੇ ਮੁਤਾਬਕ ਨਹੀਂ ਹੈ, ਸਾਡੇ ਮੁਤਾਬਕ ਨਹੀਂ, ਸਾਨੂੰ ਚੰਗਾ ਨਹੀਂ ਲੱਗਾ, ਪਰ ਉਹ ਬਚਨ ਹੈ ਸਾਡੇ ਭਲੇ ਦਾ। ਅਸੀਂ ਵੈਦ ਦੇ ਕੋਲ ਗਏ ਨਾ ਦਵਾਈ ਲੈਣ ਵਾਸਤੇ, ਵੈਦ ਨੇ ਦਵਾਈ ਥੋੜ੍ਹੀ ਕੌੜੀ ਦੇ ਦਿੱਤੀ ਹੈ। ਸਾਡੇ ਮਨ ਵਿੱਚ ਇਹ ਵਿਚਾਰ ਆ ਗਈ ਹੈ ਵੀ ਕੌੜੀ ਦਵਾਈ ਮਿਲੀ ਹੈ, ਇਹ ਖਾਣੀ ਨਹੀਂ ਚਾਹੀਦੀ। ਪਰ ਗੁਰਮੁਖੋ ਦਵਾਈ ਭਾਵੇਂ ਕੌੜੀ ਹੈ, ਪਰ ਅਸਰ ਉਹਦਾ ਚੰਗਾ ਹੀ ਹੋਣਾ ਹੈ, ਉਹ ਭਲੇ ਵਾਸਤੇ ਹੈ। ਕਈ ਵਾਰੀ ਗੁਰੂ ਪਾਤਸ਼ਾਹ ਡਾਂਟ ਕੇ ਕੋਈ ਉਪਦੇਸ਼ ਦਿੰਦੇ, ਤਾੜ ਕੇ। ਸਾਨੂੰ ਲੱਗਦਾ ਵੀ ਮਹਾਰਾਜ ਤੇ ਬੜੇ ਗੁੱਸੇ ਵਿੱਚ ਨੇ, ਬੜਾ ਗੁੱਸੇ ਵਾਲਾ ਭਜਨ ਕਰਦੇ ਪਏ। ਨਹੀਂ, ਬਚਨ ਗੁੱਸੇ ਵਾਲਾ ਨਹੀਂ, ਤਾੜਿਆ ਤਾਂ ਹੈ ਕਿਉਂਕਿ ਉਹ ਸਾਡੇ ਭਲੇ ਦਾ ਬਚਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਤਿਗੁਰੂ ਜੀ ਕੌੜਾ ਬਚਨ ਤੇ ਬੋਲਣਾ ਜਾਣਦੇ ਨਹੀਂ ਹਨ। ਔਗਣ ਕੋ ਨਾ ਚਿਤਾਰੇ। ਫਿਰ ਆਪਣੇ ਦਾਸਾਂ ਦੇ ਔਗੁਣਾਂ ਨੂੰ ਨਹੀਂ ਚਿਤਾਰਦੇ ਹਨ। ਵੈਸੇ ਤੇ ਗੁਰਮੁਖੋ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਸੀਂ ਭਰੇ ਤੇ ਔਗੁਣਾਂ ਦੇ ਹਾਂ, ਪਰ ਜਦੋਂ ਉਹਨੂੰ ਚੰਗੇ ਲੱਗ ਗਏ ਨਾ ਫਿਰ ਉਹਨੇ ਸਾਡੇ ਔਗੁਣ ਵੇਖਣੇ ਹੀ ਨਹੀਂ ਹਨ ਵੀ ਔਗੁਣ ਹਨ। ਨਹੀਂ, ਔਗੁਣਾਂ ਨੂੰ ਚਿਤਾਰਦਾ ਹੀ ਨਹੀਂ, ਪਰੇ ਹੀ ਕਰ ਦਿੰਦਾ, ਦੂਰ ਹੀ ਕਰ ਦਿੰਦਾ ਹੈ। ਸਾਰੇ ਔਗੁਣ ਇੱਕ ਛਿਣ ਦੇ ਵਿੱਚ ਹੀ ਮਾਫ ਕਰ ਦਿੰਦੇ ਹਨ। ਪਤਿਤ ਪਾਵਨ ਹਰ ਬਿਰਦ ਸਦਾਏ। ਕਿਉਂਕਿ ਉਹਦਾ ਜਿਹੜਾ ਬਿਰਦ ਹੈ ਨਾ ਪ੍ਰਮਾਤਮਾ ਦਾ, ਉਹ ਪਤਿਤ ਪਾਵਨ ਆਖਿਆ ਜਾਂਦਾ ਹੈ। ਦੁਨੀਆ ਦੇ ਲੋਕ ਕਹਿੰਦੇ ਨੇ, ਸਾਦੇ ਨੇ ਵੀ ਉਹ ਪਤਿਤ ਪਾਵਨ ਹੈ। ਪਤਿਤ ਹੁੰਦਾ ਪਾਪੀ ਨੂੰ ਕਹਿਣਾ, ਤੇ ਪਾਵਨ ਤੋਂ ਭਾਵ ਜਿਹੜਾ ਪਵਿੱਤਰ ਕਰ ਦੇਵੇ, ਜਿਹੜਾ ਪਾਪੀ ਨੂੰ ਵੀ ਪਵਿੱਤਰ ਕਰ ਦੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਜਿਵੇਂ ਸਾਬਣ ਕੱਪੜੇ ਦੀ ਮੈਲ ਉਤਾਰਦਾ ਨਾ, ਸਾਫ਼ ਕਰ ਦਿੰਦਾ, ਉਹ ਪ੍ਰਮਾਤਮਾ ਵੀ ਇਸੇ ਤਰ੍ਹਾਂ ਦਾ ਹੀ ਹੈ। ਪਾਪੀਆਂ ਨੂੰ ਮਿਹਰ ਕਰਕੇ ਪਵਿੱਤਰ ਕਰ ਦਿੰਦਾ, ਉਹਨਾਂ ਦੇ ਮਨ ਦੀ ਮੈਲ ਲਾਹ ਦਿੰਦਾ ਹੈ। ਪਤਿਤ ਪਾਵਨ, ਉਹ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਹਰ ਬਿਰਦ ਸਦਾਏ, ਉਸ ਹਰੀ ਦਾ ਐਸਾ ਬਿਰਦ ਹੈ ਕਿ ਉਹ ਪਾਪੀਆਂ ਨੂੰ ਪਵਿੱਤਰ ਕਰਦਾ ਹੈ। ਇੱਕ ਤਿਲ ਨਹੀਂ ਭੰਨੇ ਕਾਲੇ। ਤੇ ਗੁਰਮੁਖੋ ਇੱਕ ਤਿਲ ਜਿੰਨੀ ਵੀ ਘਾਲ ਨੂੰ ਉਹ ਭੰਨਦਾ ਨਹੀਂ ਹੈ। ਆਪਾਂ ਕਿਸੇ ਨਾਲ ਹਿਸਾਬ ਕਿਤਾਬ ਕਰੀਏ ਨਾ, ਭਾਵੇਂ ਆਪਾਂ ਕੈਲਕੂਲੇਟਰ ਲੈ ਕੇ ਬੈਠ ਜਾਈਏ, ਭਾਵੇਂ ਪੈਨ ਤੇ ਕਾਪੀ ਲੈ ਲਈਏ, ਅਸੀਂ ਹਿਸਾਬ ਕਿਤਾਬ ਕਰਦੇ ਹਾਂ, ਕੁਝ ਪੈਸੇ ਉੱਤੇ ਬਣ ਗਏ, ਅਸੀਂ ਆਖਦੇ ਹਾਂ ਛੱਡ, ਇੰਨੇ ਪੈਸਿਆਂ ਦਾ ਕੀ ਲੈਣਾ ਹੈ, ਮੇਰੇ ਕੋਲ ਖੁੱਲ੍ਹੇ ਨਹੀਂ, ਮੇਰੇ ਕੋਲ ਬੱਝੇ ਨਹੀਂ। ਅਸੀਂ ਹਿਸਾਬ ਕਿਤਾਬ ਤੇ ਕੀਤਾ ਬੜੀ ਬਰੀਕੀ ਨਾਲ, ਪਾਈ ਜੋੜੀ ਹੈ, ਪੈਸਾ ਜੋੜਿਆ, ਪਰ ਜਦੋਂ ਦੇਣ ਲੱਗੇ ਉਦੋਂ ਆਖਿਆ ਚੱਲ ਇੰਨੇ ਛੱਡ ਦੇ, ਕੋਈ ਫਰਕ ਨਹੀਂ ਪੈਂਦਾ। ਪਰ ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਇੱਕ ਤਿਲ ਜਿੰਨੀ ਵੀ ਤੇਰੀ ਘਾਲ ਨੂੰ ਭੰਨੇਗਾ ਨਹੀਂ। ਇਹ ਨਹੀਂ ਕਹੇਗਾ ਵੀ ਚੱਲ
ਕੱਲ ਤੂੰ 5 ਮਿੰਟ ਪਹਿਲਾਂ ਉੱਠ ਪਿਆ ਸੀ, ਅੰਮ੍ਰਿਤ ਵੇਲੇ ਛੱਡ ਦੇ 5 ਮਿੰਟ ਦਾ, ਉਹਦਾ ਕੀ ਹਿਸਾਬ ਲੈਣਾ ਹੈ? ਨਹੀਂ, 5 ਮਿੰਟ ਤੇ ਬੜੀ ਦੂਰ ਦੀ ਗੱਲ ਹੈ। ਤੂੰ 1 ਸਕਿੰਟ ਵੀ ਜੇ ਪਹਿਲਾਂ ਉੱਠ ਕੇ ਉਹਦੇ ਨਾਮ ਨੂੰ ਜਪ ਲਿਆ, ਤੇਰੇ 1 ਸਕਿੰਟ ਦੀ ਵੀ ਉਹ ਘਾਲ ਕਮਾਈ ਖਾਲੀ ਨਹੀਂ ਜਾਣ ਦੇਵੇਗਾ, ਉਹਦਾ ਵੀ ਤੈਨੂੰ ਉਹ ਫਲ ਜ਼ਰੂਰ ਦੇਵੇਗਾ। 1 ਤਿਲ ਨਹੀਂ ਭੰਨੈ ਘਾਲੇ। ਕਈ ਵਾਰੀ ਅਸੀਂ ਸੋਚਦੇ ਹਾਂ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਮੈਂ ਬਾਣੀ ਪੜ੍ਹਦਾ, ਮੈਂ ਸੰਗਤ ਵਿੱਚ ਜਾਂਦਾ, ਮੈਨੂੰ ਤੇ ਕੁਝ ਮਿਲਦਾ ਹੀ ਨਹੀਂ ਹੈ ਜਾਂ ਕੁਝ ਮਿਲਿਆ ਨਹੀਂ ਹੈ। ਇਹ ਢਹਿੰਦੀ ਕਲਾ ਵਾਲਾ ਬਚਨ ਕਈ ਵਾਰੀ ਯਾਦ ਆ ਜਾਂਦਾ ਹੈ। ਪਰ ਗੁਰਮੁਖੋ ਇਹ ਬਚਨ ਯਾਦ ਰੱਖਣਾ ਵੀ ਉਹ 1 ਤਿਲ ਜਿੰਨੀ ਕਮਾਈ ਵੀ ਤੇਰੀ ਅਜਾਈ ਨਹੀਂ ਜਾਣ ਦੇਵੇਗਾ। ਪੂਰਾ ਨਿਆਓ ਕਰੇ ਕਰਤਾਰ, ਪੂਰਾ ਪੂਰਾ ਉਹ ਨਿਆਂ ਕਰਦਾ ਹੈ, ਪੂਰੀ ਬਖਸ਼ਿਸ਼ ਕਰਦਾ ਹੈ, ਪੂਰਾ ਉਹ ਫਲ ਦਿੰਦਾ ਹੈ। ਘਟ ਘਟ ਵਾਸੀ ਸਰਬ ਨਿਵਾਸੀ, ਉਹ ਸਰਬ ਨਿਵਾਸੀ ਪ੍ਰਮਾਤਮਾ ਹਰੇਕ ਘਟ ਹਿਰਦੇ ਵਿੱਚ ਵਸਿਆ ਹੋਇਆ ਹੈ। ਨੇਰਾ ਹੀ ਤੇ ਨੇਰਾ, ਉਹ ਪ੍ਰਮਾਤਮਾ ਬਿਲਕੁਲ ਨੇੜੇ ਹੈ, ਨੇੜਿਆਂ ਤੋਂ ਨੇੜੇ, ਸਭ ਤੋਂ ਨੇੜੇ ਉਹ ਪ੍ਰਮਾਤਮਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਘਟ ਘਟ ਵਾਸੀ ਸਰਬ ਨਿਵਾਸੀ, ਨੇਰਾ ਹੀ ਤੇ ਨੇਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਵਿਆਪਕ ਹੋਣ ਕਰਕੇ ਹਰੇਕ ਹਿਰਦੇ ਵਿੱਚ, ਹਰੇਕ ਕਣ ਦੇ ਵਿੱਚ, ਮਿੱਟੀ ਦੀ ਧੂੜ ਦੇ ਵਿੱਚ, ਹਵਾ ਦੇ ਕਣ ਦੇ ਵਿੱਚ ਉਹ ਵਸਿਆ ਹੋਇਆ ਹੈ। ਅਤੇ ਸਰਬ ਨਿਰਵਾਸੀ, ਨਿਰਲੇਪ ਹੋਣ ਕਰਕੇ ਸਾਰਿਆਂ ਤੋਂ ਪਰੇ ਵੀ ਹੈ ਸਾਡੇ ਵਿੱਚ ਵੀ ਔਰ ਸਾਡੇ ਬਾਹਰ ਵੀ ਹੈ। ਸਾਡੇ ਵਿੱਚ ਉਹ ਵਸਿਆ ਤਾਂ ਅਸੀਂ ਤੁਰੇ ਫਿਰਦੇ ਹਾਂ। ਸਾਡੇ ਮਰ ਜਾਣ ਕਰਕੇ ਉਹ ਮਰੇਗਾ ਨਹੀਂ, ਕਿਉਂਕਿ ਉਹ ਨਿਰਲੇਪ ਵੀ ਹੈ। ਵਿਦਵਾਨਾਂ ਨੇ ਇੱਕ ਉਦਾਹਰਨ ਦਿੱਤੀ ਹੈ, ਕਹਿਣ ਲੱਗੇ 100 ਘੜਾ ਪਾਣੀ ਦਾ ਭਰਿਆ ਤੇ ਘੜੇ ਦੇ ਉੱਪਰੋਂ ਚੱਪਣ ਉਤਾਰ ਦਿਓ, ਚੱਪਣੀ ਉਤਾਰ ਦਿਓ, ਤੁਹਾਨੂੰ ਉਹਦੇ ਵਿੱਚ ਸੂਰਜ ਦੀ ਫੋਟੋ ਦਿਸੇਗੀ, ਸੂਰਜ ਦੀ ਚਮਕ ਪ੍ਰਕਾਸ਼ ਉਹਦੇ ਵਿੱਚ ਦਿਸਦਾ ਹੈ। ਤੇ ਜੇ ਕੋਈ ਬੰਦਾ ਇਹ ਗੱਲ ਕਹੇ ਵੀ ਮੈਂ ਘੜਾ ਭੰਨਦਿਆਂ ਤੇ ਸੂਰਜ ਵੀ ਨਾਲ ਹੀ ਭੱਜ ਜਾਏਗਾ, ਘੜਾ ਟੁੱਟੇਗਾ ਤੇ ਸੂਰਜ ਵੀ ਨਾਲ ਹੀ ਖਤਮ ਹੋ ਜਾਏਗਾ, ਘੜਾ ਟੁੱਟਣ ਦੇ ਨਾਲ ਸੂਰਜ ਖਤਮ ਨਹੀਂ ਹੋਵੇਗਾ, ਉਹਦਾ ਅਕਸ ਵਿੱਚ ਪੈ ਰਿਹਾ ਹੈ। ਘੜਾ ਟੁੱਟਿਆ ਹੈ ਪਰ ਉਹ ਸੂਰਜ ਉਸੇ ਤਰ੍ਹਾਂ ਹੀ ਬਰਕਰਾਰ ਹੈ। ਗੁਰਮੁਖੋ ਇਹ ਸਾਡਾ ਸਰੀਰ ਰੂਪੀ ਘੜਾ ਹੈ, ਇਹਦੇ ਵਿੱਚ ਪ੍ਰਮਾਤਮਾ ਦਾ ਪ੍ਰਤੀਬਿੰਬ ਜ਼ਰੂਰ ਹੈ, ਅਕਸ ਜ਼ਰੂਰ ਹੈ, ਸਾਡੇ ਅੰਦਰ ਵਸਿਆ ਜ਼ਰੂਰ ਹੈ, ਪਰ ਸਾਡਾ ਇਹ ਸਰੀਰ ਦਾ ਘੜਾ ਟੁੱਟਣ ਨਾਲ ਉਹ ਟੁੱਟਦਾ ਨਹੀਂ ਹੈ, ਕਿਉਂਕਿ ਉਹ ਸਾਰਿਆਂ ਥਾਵਾਂ 'ਤੇ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਘਟ ਘਟ ਵਾਸੀ, ਵਿਆਪਕ ਹੋਣ ਕਰਕੇ ਉਹ ਪ੍ਰਮਾਤਮਾ ਹਰੇਕ ਹਿਰਦੇ ਵਿੱਚ ਹੈ। ਤੇ ਸਰਬ ਨਿਵਾਸੀ, ਨਿਰਲੇਪ ਹੋਣ ਕਰਕੇ ਸਾਰਿਆਂ ਤੋਂ ਨਿਰਵਾਸੀ ਕਹੀਏ, ਅਸੰਗ ਹੈ, ਪਰੇ ਵੀ ਹੈ। ਨੇਰਾ ਹੀ ਤੇ ਨੇਰਾ, ਅਸੀਂ ਆਖਦੇ ਹਾਂ ਮੇਰੀਆਂ ਅੱਖਾਂ ਸਭ ਤੋਂ ਨੇੜੇ, ਇਹ ਵੇਖ ਲੈਂਦੀਆਂ ਬਿਲਕੁਲ ਨੇੜੇ ਆਈ ਚੀਜ਼ ਨੂੰ, ਮੇਰੇ ਹੱਥ ਬੜੇ ਨੇੜੇ ਨੇ, ਪਰ ਸਤਿਗੁਰੂ ਕਹਿਣ ਲੱਗੇ ਤੇਰੇ ਹੱਥਾਂ ਪੈਰਾਂ ਤੋਂ ਵੀ ਉਹ ਪ੍ਰਮਾਤਮਾ ਨੇੜੇ ਹੈ। ਨੇਰਾ ਹੀ ਤੇ ਨੇਰਾ, ਤੇਰੇ ਸਰੀਰ ਦੀਆਂ ਇੰਦਰੀਆਂ, ਹੱਥ ਪੈਰ, ਇਹਨਾਂ ਤੋਂ ਵੀ ਪ੍ਰਮਾਤਮਾ ਨੇੜੇ ਹੈ। ਜਿਨ੍ਹਾਂ ਗੁਰਮੁਖਾਂ ਨੇ ਪਾਇਆ ਉਹਨਾਂ ਨੇ ਬਚਨ ਕੀਤੇ ਹਨ। ਨਾਨਕ ਦਾਸ ਸਦਾ ਸਰਨਾਗਤ, ਸਤਿਗੁਰੂ ਕਹਿਣ ਲੱਗੇ ਅਸੀਂ ਦਾਸ ਬਣ ਕੇ ਤੇਰੀ ਸੰਗਤ ਵਿੱਚ ਪ੍ਰਾਪਤ ਹੋਏ ਹਾਂ। ਹਰਿ ਅੰਮ੍ਰਿਤ ਸੱਜਣ ਮੇਰਾ, ਉਹ ਜਿਹੜਾ ਭਾਈ ਸਾਡਾ ਸੱਜਣ ਹੈ ਨਾ, ਉਹ ਅੰਮ੍ਰਿਤ ਰੂਪ ਹੈ, ਉਹ ਹਰੀ ਅੰਮ੍ਰਿਤ ਰੂਪ ਹੀ ਹੈ, ਸਾਰਿਆਂ ਤਾਵਾਂ ਤੇ ਵਸਿਆ ਹੈ। ਓ ਬਿਸਮ ਭਾਈ ਜੀ ਹਰ ਦਰਸ਼ਨ ਦੇਖ ਅਪਾਰਾ, ਉਸ ਅਪਾਰ ਪ੍ਰਮਾਤਮਾ ਦੇ ਦਰਸ਼ਨ ਵੇਖ ਕੇ ਹਾਂ ਬਿਸਮ ਭਾਈ ਜੀ, ਬਿਸਮ ਤੋਂ ਭਾਵ ਹੁੰਦਾ ਅਚਰਜ ਹੋ ਜਾਣਾ, ਹੈਰਾਨ ਹੋ ਜਾਣਾ। ਉਹ ਪ੍ਰਮਾਤਮਾ ਐਸਾ ਹੈ ਜਿਹਦਾ ਸਰੂਪ ਹੀ ਅਚਰਜਤਾਈ ਵਾਲਾ ਹੈ, ਜਿਹਨੇ ਵੇਖਿਆ ਹੈ ਉਹ ਦੱਸ ਹੀ ਨਹੀਂ ਸਕਿਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਗੂੰਗਾ ਬੰਦਾ ਗੁੜ ਖਾ ਕੇ ਗੁੜ ਦੀ ਮਿਠਾਸ ਦੱਸ ਨਹੀਂ ਸਕੇਗਾ। ਉਹ ਪ੍ਰਮਾਤਮਾ ਦਾ ਦਿਦਾਰਾ ਵੀ ਇਸੇ ਤਰ੍ਹਾਂ ਦਾ, ਜਿਨ੍ਹਾਂ ਨੇ ਕਰ ਲਿਆ ਉਹ ਬਿਸਮ ਹੋ ਗਏ, ਅਚਰਜ ਹੋ ਗਏ, ਦੱਸ ਹੀ ਨਹੀਂ ਪਾਏ, ਕਥਨ ਨਹੀਂ ਕਰ ਸਕੇ, ਐਸਾ ਉਹ ਸੁੰਦਰ ਹੈ। ਦਰਸ਼ਨ ਦੇਖ ਅਪਾਰਾ, ਉਸ ਅਪਾਰ ਪ੍ਰਮਾਤਮਾ ਦੇ ਦਰਸ਼ਨ ਦੇਖੇ ਹਨ। ਮੇਰਾ ਸੁੰਦਰ ਸੁਆਮੀ ਜੀ, ਉਹ ਜਿਹੜਾ ਸਾਡਾ ਸੁਆਮੀ ਮਾਲਕ ਹੈ ਉਹ ਬਹੁਤ ਭਾਰੀ ਸੁੰਦਰ ਹੈ। ਸੋ ਚਰਨ ਕਮਲ
ਪਗ ਸਾਰਾ। ਸ਼ਾਰਾ, ਸ਼ਾਰਾ ਨਾਮ ਚਰਨਾਂ ਦੀ ਧੂੜੀ ਦਾ। ਐ ਪਰਮਾਤਮਾ, ਮੈਂ ਤੇਰੇ ਚਰਨਾਂ ਕਮਲਾਂ ਦੀ ਧੂੜੀ ਹਾਂ। ਮੈਨੂੰ ਆਪਣੇ ਚਰਨਾਂ ਕਮਲਾਂ ਦੀ ਧੂੜੀ ਬਣਾ ਲਾ। ਧੂੜ, ਮੈਨੂੰ ਆਪਣੇ ਚਰਨਾਂ ਕਮਲਾਂ ਦੀ ਧੂੜ ਬਣਾ ਲੈਣਾ ਕਰ। ਇਹ ਮੇਰੇ ਤੇ ਕਿਰਪਾ ਕਰ। ਆਪ ਜੀ ਅਤਿਅੰਤ ਸੁੰਦਰ ਹੋ। ਸੁੰਦਰ ਸੁਆਮੀ ਜੀ, ਆਪ ਜੀ ਅਤਿਅੰਤ ਸੁੰਦਰ ਹੋ। ਪਰ ਐਸੇ ਸੁੰਦਰ ਪਰਮਾਤਮਾ, ਮੈਂ ਇਹ ਨਹੀਂ ਕਿਹਾ ਵੀ ਮੈਨੂੰ ਆਪਣੇ ਵਰਗਾ ਸੋਹਣਾ ਬਣਾ ਲਾ। ਮੈਂ ਇਹ ਗੱਲ ਕਹੀ ਹੈ, ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਲਾ। ਮੇਰੇ ਵਾਸਤੇ ਉਹੀ ਬੜਾ ਵੱਡਾ ਲਾਭ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮੇਰਾ ਸੁੰਦਰ ਸੁਆਮੀ ਜੀ, ਹੋ ਚਰਨ ਕਮਲ ਪਗ ਛਾਰਾ। ਗੁਰਮੁਖੋ, ਪੱਗ ਤੋਂ ਭਾਵ ਹੈ ਰਪਿਆ ਹੋਇਆ। ਰਪਿਆ ਕਹਿੰਦੇ ਮਿਲੇ ਹੋਏ ਨੂੰ। ਉਹ ਜੋ ਸੁੰਦਰ ਪਰਮਾਤਮਾ ਹੈ, ਉਹ ਪੱਗ ਕਹੀਏ ਸਾਰਿਆਂ ਵਿੱਚ ਮਿਲਿਆ ਹੋਇਆ ਹੈ, ਸਾਰਿਆਂ ਵਿੱਚ ਬੈਠਾ ਹੋਇਆ। ਜਿਹੜਾ ਸਾਰਿਆਂ ਵਿੱਚ ਬੈਠਾ ਹੋਇਆ ਹੈ, ਮੈਂ ਉਹਦੇ ਚਰਨਾਂ ਦੀ ਧੂੜ ਹਾਂ। ਮੈਂ ਆਪਣੇ ਆਪ ਨੂੰ ਉਹਦੇ ਚਰਨਾਂ ਦੀ ਧੂੜ ਸਮਝਦਾ ਹਾਂ। ਐਸੀ ਮੈਨੂੰ ਸਤਿਗੁਰਾਂ ਨੇ ਦਾਤ ਦਿੱਤੀ ਹੈ। ਪੇਖਤ ਜੀਵਾ ਠੰਡੀ ਥੀਵਾ। ਸਤਿਗੁਰਾਂ ਦੇ ਦਰਸ਼ਨ ਕਰਦਿਆਂ, ਪ੍ਰਭ ਪੇਖਤ ਵੇਖਦਿਆਂ ਹੀ ਠੰਡੀ ਥੀਵਾਂ, ਸ਼ਾਂਤ ਹੋ ਗਈ ਹਾਂ। ਮੇਰੇ ਮਨ ਦੀਆਂ ਸਾਰੀਆਂ ਭੁੱਖਾਂ, ਤਕਲੀਫਾਂ, ਬੇਚੈਨੀਆਂ, ਚਿੰਤਾਵਾਂ ਸਭ ਸ਼ਾਂਤ ਹੋ ਗਈਆਂ, ਪਰੇ ਚਲੇ ਗਈਆਂ। ਐਸਾ ਉਹਦਾ ਸੁੰਦਰ ਸਰੂਪ ਹੈ। ਪ੍ਰਭ ਪੇਖਤ, ਪਰਮਾਤਮਾ ਨੂੰ ਵੇਖ ਕੇ ਠੰਡੀ ਥੀਵਾਂ, ਸ਼ਾਂਤ ਹੋ ਗਈ ਹਾਂ। ਨਾ ਵਿਕਾਰਾਂ ਦੀ ਤਪਸ਼ ਰਹਿ ਗਈ ਹੈ, ਨਾ ਪਦਾਰਥਾਂ ਦੀ ਭੁੱਖ ਰਹਿ ਗਈ ਹੈ। ਸਾਰੀਆਂ ਭੁੱਖਾਂ ਮਿਟ ਗਈਆਂ, ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਉਹ ਪਰਮਾਤਮਾ ਹੈ ਹੀ ਐਸਾ, ਉਹਦੇ ਦਿਦਾਰੇ ਕਰ ਲਈਏ, ਮਨ ਨੂੰ ਸ਼ਾਂਤੀ ਆਉਂਦੀ ਹੈ। ਜਿਸ ਜੀਵੜ ਅਵਰ ਨ ਕੋਈ। ਉਹਦੇ ਵਰਗਾ ਸਮਰੱਥ, ਉਹਦੇ ਵਰਗਾ ਵੱਡਾ ਕੋਈ ਨਹੀਂ ਹੈ। ਜੀਵੜ ਆਪ ਦੇਵੜ ਤੇਰੀ ਦਾਤ। ਉਹ ਵੱਡਾ ਆਪ ਹੈ, ਉਹਦੀਆਂ ਦਾਤਾਂ ਵੀ ਵੱਡੀਆਂ, ਉਹਦੇ ਵਰਗਾ ਕੋਈ ਨਹੀਂ ਹੈ। ਆਦ ਅੰਤ ਮਦ ਪ੍ਰਭ ਰਵਿਆ। ਉਹ ਪਰਮਾਤਮਾ ਆਦ ਵਿੱਚ, ਮੱਧ ਵਿੱਚ, ਅੰਤ ਵਿੱਚ, ਸਾਰਿਆਂ ਵਿੱਚ ਹੀ ਰਵਿਆ ਹੋਇਆ। ਆਦ ਜਿਹੜਾ ਸਮਾਂ ਪਿੱਛੇ ਲੰਘ ਗਿਆ ਹੈ, ਉਦੋਂ ਵੀ ਉਹ ਸਾਰਿਆਂ ਵਿੱਚ ਸੀ। ਮੱਧ ਜਿਹੜਾ ਸਮਾਂ ਹੁਣ ਚੱਲਦਾ ਪਿਆ, ਅੰਤ ਜਿਹੜਾ ਆਉਣ ਵਾਲਾ ਸਮਾਂ ਹੋਵੇਗਾ, ਸਾਰਿਆਂ ਵਿੱਚ ਸੁਭਾਏਮਾਨ ਹੈ। ਜਲ ਥਲ ਮਹੀਲ ਸੋਈ। ਫਿਰ ਉਹ ਪ੍ਰਮਾਤਮਾ ਜਲ ਦੇ ਵਿੱਚ, ਥਲ ਦੇ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਪਤਾਲ ਵਿੱਚ, ਸਾਰਿਆਂ ਥਾਵਾਂ ਤੇ ਸਮਾਇਆ ਹੈ। ਚਰਨ ਕਮਲ ਜਪ ਸਾਗਰ ਤਰਿਆ। ਜਿਨ੍ਹਾਂ ਨੇ ਕਮਲਾਂ ਵਰਗੇ ਸੁੰਦਰ ਚਰਨਾਂ ਨੂੰ ਜਪਿਆ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਭਵਜਲ ਉਤਰੇ ਪਾਰਾ। ਐਸੇ ਗੁਰਮੁਖ ਜਿਹੜੇ ਨੇ, ਉਹ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ, ਜਿਨ੍ਹਾਂ ਨੇ ਚਰਨਾਂ ਕਮਲਾਂ ਨੂੰ ਜਪਿਆ ਹੈ। ਜਪਣ ਵਾਲੇ ਜਿਹੜੇ ਪਹਿਲਾਂ ਸਨ, ਉਹ ਵੀ ਸੰਸਾਰ ਤੋਂ ਪਾਰ ਹੋ ਗਏ। ਜਿਹੜੇ ਹੁਣ ਜਪਣਗੇ, ਉਹ ਵੀ ਪਾਰ ਹੋ ਜਾਣਗੇ। ਫਿਰ ਬਖਸ਼ਿਸ਼ ਕਰਦੇ ਹਨ। ਚਰਨ ਕਮਲ ਜਪ ਸਾਗਰ ਤਰਿਆ, ਭਵਜਲ ਉਤਰੈ ਪਾਰਾ। ਗੁਰਮੁਖੋ, ਦੋ ਵਾਰੀ ਬਚਨ ਮਹਾਰਾਜ ਨੇ ਲਿਖਿਆ। ਇੱਕ ਨੇ ਲਿਖਿਆ ਸਾਗਰ ਤਰਿਆ, ਇੱਕ ਨੇ ਲਿਖਿਆ ਭਵਜਲ ਉਤਰੇ। ਦੋਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ। ਭਵਜਲ ਤਰਿਆ, ਸੰਸਾਰ ਤਰਿਆ। ਭਵਜਲ ਉਤਰੇ ਪਾਰਾ, ਸੰਸਾਰ ਤੋਂ ਪਾਰ ਹੋ ਗਿਆ। ਦੋਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ। ਪਰ ਵਿਦਵਾਨਾਂ ਨੇ ਇਸ ਤਰ੍ਹਾਂ ਅਰਥ ਕੀਤਾ ਹੈ, ਕਹਿਣ ਲੱਗੇ ਚਰਨ ਕਮਲ ਜਾਪ। ਜਦੋਂ ਅਸੀਂ ਚਰਨਾਂ ਕਮਲਾਂ ਦਾ ਜਾਪ ਕੀਤਾ, ਤੇ ਸਾਰਿਆਂ ਤੋਂ ਪਹਿਲਾਂ ਸਾਗਰ ਤਰਿਆ। ਸਾਗਰ ਕੀ ਹੈ? ਜਿਹੜੇ ਵਿਸ਼ੇ ਵਿਕਾਰ ਨੇ, ਪਹਿਲਾਂ ਵਿਸ਼ਿਆਂ ਤੋਂ ਤਰੇ, ਵਿਸ਼ੇ ਵਿਕਾਰਾਂ ਤੋਂ ਨਿਰਲੇਪ ਹੋ ਗਏ। ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਨਾ ਵੇਖਣ ਦੇ ਵਿਸ਼ੇ, ਨਾ ਸੁਣਨ ਦੇ ਵਿਸ਼ੇ, ਨਾ ਬੋਲਣ ਦੇ ਵਿਸ਼ੇ, ਨਾ ਇਸੇ ਤਰ੍ਹਾਂ ਜ਼ੁਬਾਨ ਦੇ ਰਸ ਦੇ ਵਿਸ਼ੇ, ਨਾ ਚਮੜੀ ਦਾ ਸਵਾਦ। ਇਹ ਸਾਰੇ ਵਿਸ਼ਿਆਂ ਤੋਂ ਪਹਿਲਾਂ ਤਰ ਗਏ। ਹੁਣ ਤੇ ਆਪਾਂ ਵਿਸ਼ਿਆਂ ਵਿੱਚ ਪਏ ਆ ਨਾ, ਜਿੰਨਾ ਚਿਰ ਕੰਨਾਂ ਵਿੱਚ ਬਚਨ ਸੁਣੀਏ ਨਾ, ਕੋਈ ਨਿੰਦਿਆ ਚੁਗਲੀ ਵਾਲਾ ਨਜ਼ਾਰਾ ਨਹੀਂ ਆਉਂਦਾ। ਜਿੰਨਾ ਚਿਰ ਜ਼ੁਬਾਨ ਤੋਂ ਨਿੰਦਿਆ ਚੁਗਲੀ ਵਾਲਾ ਬਚਨ ਕਰੀਏ ਨਾ, ਉਹਨਾਂ ਚਿਰ ਟਿਕਾ ਨਹੀਂ ਆਉਂਦਾ। ਜਿੰਨਾ ਚਿਰ ਜ਼ੁਬਾਨ ਦੇ ਉੱਪਰ ਕੋਈ ਖਟਾ ਮਿੱਠਾ ਪਦਾਰਥ ਖਾ ਕੇ
ਸਵਾਦ ਨਾ ਲਈਏ ਉਹਨਾਂ ਚਿਰ ਰਹਿ ਨਹੀਂ ਬਣਦੀ ਹੈ। ਅੱਖਾਂ ਨਾਲ ਜਿੰਨਾ ਚਿਰ ਮਾੜਾ ਚੰਗਾ ਵੇਖ ਨਾ ਲਈਏ ਉਹਨਾਂ ਚਿਰ ਅੱਖਾਂ ਵੀ ਨਹੀਂ ਟਿਕਦੀਆਂ। ਇਹ ਵਿਸ਼ੇ ਨੇ ਜਿਹੜੇ ਚਿੰਬੜੇ ਹੋਏ। ਮਹਾਰਾਜ ਕਹਿਣ ਲੱਗੇ ਜਦੋਂ ਨਾਮ ਨੂੰ ਜਪਿਆ ਨਾ, ਸਾਰਿਆਂ ਤੋਂ ਪਹਿਲਾਂ ਬਖਸ਼ਿਸ਼ ਇਹ ਹੋਈ ਹੈ, ਸਾਗਰ ਤਰਿਆ। ਪਹਿਲਾਂ ਵਿਸ਼ਿਆਂ ਤੋਂ ਤਰ ਗਏ। ਹੁਣ ਅੱਖਾਂ ਨਾਲ ਵੇਖਣ ਦੀ ਲੋੜ ਹੀ ਨਹੀਂ, ਨੇਤਰ ਬੰਦ ਹੁੰਦੇ, ਉਹਦਾ ਦਿਦਾਰਾ ਹੁੰਦਾ ਹੈ। ਕੰਨਾਂ ਵਿੱਚ ਉਹਦੇ ਬਚਨ ਪੈ ਰਹੇ ਨੇ, ਜ਼ੁਬਾਨ ਵਿੱਚ ਉਹਦੇ ਨਾਮ ਦਾ ਰਸ ਹੈ। ਪਹਿਲਾਂ ਇਸ ਤਰ੍ਹਾਂ ਕਮਾਈ ਕਰਕੇ ਵਿਸ਼ਿਆਂ ਤੋਂ ਤਰਿਆ। ਭਵਜਲ ਉਤਰੇ ਤਾਰਾ, ਫਿਰ ਸੰਸਾਰ ਸਮੁੰਦਰ ਤੋਂ ਉਹਨੇ ਪਾਰ ਕਰ ਦਿੱਤਾ ਹੈ। ਫਿਰ ਦੁਨੀਆ ਤੋਂ ਵੀ ਉਹ ਮੁਕਤ ਕਰ ਦਿੰਦਾ ਹੈ। ਇਸ ਤਰ੍ਹਾਂ ਵਿਦਵਾਨਾਂ ਨੇ ਦੋ ਅਰਥ ਕੀਤੇ ਨੇ, ਵਿਸ਼ਿਆਂ ਤੋਂ ਤਰਿਆ, ਵਕਾਰਾਂ ਤੋਂ, ਫਿਰ ਸੰਸਾਰ ਤੋਂ ਤਰ ਗਏ ਹਾਂ। ਐਸੀਆਂ ਉਹ ਬਖਸ਼ਿਸ਼ਾਂ ਕਰਦਾ ਹੈ। ਨਾਨਕ ਸਰਣ ਪੂਰਨ ਪਰਮੇਸ਼ਰ, ਉਸ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਤੇਰਾ ਅੰਤ ਨਾ ਪਾਰਾਵਾਰਾ, ਹੈ ਪ੍ਰਮਾਤਮਾ ਤੇਰਾ ਕੋਈ ਪਾਰਾਵਾਰ ਨਹੀਂ ਹੈ, ਤੇਰਾ ਕੋਈ ਅੰਤ ਨਹੀਂ ਹੈ, ਤੂੰ ਬੇਅੰਤ ਹੈ। ਨੇਤ ਨੇਤ ਬੇਅੰਤ ਕੋ ਕਰੰਤ ਪਾਠ ਪੇਖੀਐ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਪ੍ਰਮਾਤਮਾ ਤੂੰ ਬੇਅੰਤ ਹੈ। ਪਰ ਲੋਕਾਂ ਨੇ ਤੇ ਬੇਅੰਤ ਵੇਦਾਂ ਨੂੰ ਵੀ ਆਖਿਆ ਹੈ ਕਿ ਵੇਦ ਬੜਾ ਬੇਅੰਤ ਹੈ, ਬੜਾ ਡੂੰਘਾ ਹੈ। ਪਰ ਉਹ ਜਿਹੜਾ ਡੂੰਘਾ ਤੇ ਬੜਾ ਬੇਅੰਤ ਵੇਦ ਹੈ ਨਾ, ਉਹ ਵੇਦ ਵੀ ਤੈਨੂੰ ਬੇਅੰਤ ਬੇਅੰਤ ਕਹਿੰਦਾ ਹੈ। ਤੂੰ ਐਡਾ ਵੱਡਾ ਹੈ, ਤੂੰ ਐਡਾ ਵੱਡਾ ਹੈ ਕਿ ਵੱਡੇ ਵੱਡੇ ਗ੍ਰੰਥ ਉਹ ਵੀ ਤੈਨੂੰ ਬੇਅੰਤ ਕਹਿੰਦੇ ਨੇ। ਨੇਤ ਨੇਤ ਵੇਦ ਕੋ ਕਰੰਤ ਪਾਠ ਪੇਖੀਐ। ਸਾਰੇ ਆਪ ਜੀ ਨੂੰ ਬੇਅੰਤ ਆਖਦੇ ਹਨ। ਓ ਨਿਮਖ ਨਾ ਛੋਡਾ ਜੀ, ਹਰ ਪ੍ਰੀਤਮ ਪ੍ਰਾਨ ਆਧਾਰੋ। ਉਹ ਜਿਹੜਾ ਹਰੀ ਪ੍ਰਮਾਤਮਾ ਮੇਰੇ ਪ੍ਰਾਣਾਂ ਦਾ ਆਸਰਾ ਹੈ, ਮੈਂ ਉਹਨੂੰ ਇੱਕ ਨਿਮਖ ਮਾਤਰ ਵੀ ਛੱਡ ਨਹੀਂ ਸਕਦਾ। ਉਹਦੇ ਨਾਮ ਨੂੰ ਅੱਖ ਖੋਲ੍ਹਣ ਤੇ ਮੀਟਣ ਦਾ ਸਮਾਂ, ਇੰਨਾ ਸਮਾਂ ਵੀ ਮੇਰੇ ਕੋਲੋਂ ਭੁੱਲਿਆ ਨਹੀਂ ਜਾਂਦਾ ਹੈ। ਮੈਂ ਹਰ ਵੇਲੇ ਉਸ ਨੂੰ ਯਾਦ ਕਰਦਾ ਹਾਂ। ਗੁਰ ਸਤਿਗੁਰ ਕਹਾ ਜੀ, ਸਾਚਾ ਗਮ ਵਿਚਾਰੋ। ਜੋ ਗੁਰ ਨਾਮ ਹੈ ਪੂਜਨੀਕ ਦਾ, ਜੋ ਪੂਜਨੀਕ ਸਤਿਗੁਰੂ ਹਨ, ਉਹਨਾਂ ਨੇ ਅਗਮ ਅਗੋਚਰ ਜਿਹੜਾ ਪ੍ਰਮਾਤਮਾ ਹੈ ਉਹਦੀ ਵਿਚਾਰ ਨੂੰ ਸਤਿਗੁਰਾਂ ਨੇ ਆਖਿਆ ਹੈ। ਗੁਰ ਸਤਿਗੁਰ ਕਹਿਆ ਜੀ, ਗੁਰ ਜਿਹੜੇ ਪੂਜਨੀਕ ਸਤਿਗੁਰੂ ਹਨ, ਅਗਮ ਵਿਚਾਰੋ, ਜਿਹੜਾ ਅਗਮਾ ਗੋਚਰ ਪ੍ਰਮਾਤਮਾ ਹੈ ਉਹਦੀ ਵਿਚਾਰ ਨੂੰ ਸਤਿਗੁਰਾਂ ਨੇ ਆਖਿਆ, ਕਥਨ ਕੀਤਾ ਹੈ। ਮਿਲ ਸਾਧੂ ਦੀਨਾ ਤਾਂ ਨਾਮ ਲੀਨਾ। ਸਤਿਗੁਰੂ ਕਹਿਣ ਲੱਗੇ, ਮਿਲ ਸਾਧੂ, ਜਦੋਂ ਸਾਧੂ ਦੀ ਸੰਗਤ ਵਿੱਚ ਮਿਲੇ, ਸੰਗਤ ਵਿੱਚ ਮਿਲ ਕੇ ਪਹਿਲਾਂ ਆਪਣਾ ਮਨ ਦਿੱਤਾ। ਬਚਨ ਹੈ ਨਾ, ਤਨ ਮਨ ਧਨ ਸਭ ਸੌਂਪ ਗੁਰ ਕਉ। ਜਦੋਂ ਸਾਧੂ ਨੂੰ ਮਿਲੇ, ਗੁਰੂ ਨੂੰ ਮਿਲੇ, ਪਹਿਲਾਂ ਆਪਣਾ ਮਨ ਦੇ ਦਿੱਤਾ। ਮਨ ਦੇ ਕੇ ਫਿਰ ਨਾਮ ਲੀਨਾ, ਫਿਰ ਨਾਮ ਖਰੀਦਿਆ। ਜਿਵੇਂ ਆਪਾਂ ਬਾਜ਼ਾਰ ਵਿੱਚ ਜਾਂਦੇ ਆ ਨਾ, ਆਪਾਂ ਪੈਸਾ ਦਿੰਦੇ ਆ ਤੇ ਫਿਰ ਵਸਤੂ ਖਰੀਦਦੇ ਆ। ਇਸੇ ਤਰ੍ਹਾਂ ਜੇ ਪ੍ਰਮਾਤਮਾ ਦੇ ਨਾਮ ਨੂੰ ਲੈਣਾ ਚਾਹੁੰਦਾ ਤੈਨੂੰ ਮਨ ਦੇਣਾ ਪਵੇਗਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸਿਉ ਪਾਈਐ ਨਹੀਂ ਤੋਲ। ਸੋਨੇ ਚਾਂਦੀ ਨਾਲ ਤੁੱਲ ਕੇ ਨਹੀਂ ਕਦੇ ਉਹ ਮਿਲਿਆ, ਉਹਨੂੰ ਮਨ ਦੇਣਾ ਪਵੇਗਾ। ਮਨ ਦੇ ਕੇ ਉਹ ਲਿਆ ਜਾਂਦਾ ਹੈ। ਮਿਲ ਸਾਧੂ ਦੀਨਾ ਤਾਂ ਮਨ ਲੀਨਾ। ਸਾਧੂ ਦੀ ਸੰਗਤ ਵਿੱਚ ਮਿਲ ਕੇ ਜਦੋਂ ਮਨ ਅਰਪਣ ਕੀਤਾ, ਮਹਾਰਾਜ ਕਹਿਣ ਲੱਗੇ ਤਾਂ ਉਹ ਪ੍ਰਮਾਤਮਾ ਦਾ ਨਾਮ ਮਿਲਿਆ ਹੈ। ਜਨਮ ਮਰਨ ਦੁੱਖ ਨਾਠੇ। ਜੰਮਣ ਤੇ ਮਰਨ ਦੇ ਸਾਰੇ ਦੁੱਖ ਨੱਠ ਗਏ, ਭੱਜ ਗਏ, ਦੂਰ ਹੋ ਜਾਂਦੇ ਹਨ। ਸਹਿਜ ਸੁਖ ਆਨੰਦ ਕਨੇਰੇ, ਹਉ ਮੈਂ ਬਿਨਤੀ ਗਾਠੇ। ਸਤਿਗੁਰੂ ਬਖਸ਼ਿਸ਼ ਕਰਦੇ। ਸਹਿਜ ਸੁਖ, ਸਹਿਜ ਤੋਂ ਭਾਵ ਹੁੰਦਾ ਅਚੁੱਤ, ਜਿਹੜਾ ਮੁੱਕੇ ਨਾ, ਖਤਮ ਨਾ ਹੋਵੇ। ਆਪਾਂ ਇਸ ਦੁਨੀਆ ਵਿੱਚ ਰਹਿੰਦੇ ਆ ਨਾ, ਸੰਸਾਰ ਵਿੱਚ, ਤੁਸੀਂ ਕੋਈ ਵੀ ਸੁੱਖ ਦੇਣ ਵਾਲੀ ਚੀਜ਼ ਲੈ ਆਓ। ਕਿਸੇ ਦਾ ਮਨ ਹੈ ਕਿ ਮੇਰੇ ਕੋਲ ਫਲਾਣਾ ਗਹਿਣਾ ਹੋਵੇ ਤੇ ਬੜਾ ਆਨੰਦ ਆਵੇਗਾ, ਗਹਿਣਾ ਲੈ ਆਓ। ਗਹਿਣਾ ਨਵਾਂ ਲੈ ਆਂਦਾ, ਕੁਝ ਸਮੇਂ ਦਾ ਹੀ ਸੁੱਖ ਹੈ। ਉਹਨੂੰ ਵਾਰ-ਵਾਰ ਵੇਖਾਂਗੇ, ਵਾਰ-ਵਾਰ ਪਾਵਾਂਗੇ, ਲੋਕਾਂ ਨੂੰ ਦੱਸਾਂਗੇ। ਬਾਅਦ ਵਿੱਚ ਉਹ ਤਿਜੋਰੀ ਅਲਮਾਰੀ 'ਚ ਪਤਾ ਨਹੀਂ ਕਿੰਨਾ ਸਮਾਂ ਪਿਆ ਰਹਿਣਾ, ਖੋਲ ਕੇ ਵੀ ਨਹੀਂ ਵੇਖਣਾ, ਸੁੱਖ ਖਤਮ ਹੋ ਗਿਆ।
ਨਵਾਂ ਸੂਟ ਸਵਾਇਆ ਹੈ, ਕੱਪੜਾ ਲਿਆਂਦਾ, ਬੜਾ ਚਾਅ ਹੈ, ਕੋਈ ਵਿਆਹ ਸ਼ਾਦੀ ਆਵੇਗਾ ਤੇ ਪਾਵਾਂਗੇ। ਲੋਕਾਂ ਨੂੰ ਦੱਸਿਆ ਹੈ ਕਿੰਨੇ ਮਹਿੰਗੇ ਮੁੱਲ ਦਾ ਹੈ, ਪਰ ਜਦੋਂ ਉਹਨੂੰ 2-4 ਵਾਰੀ ਪਾ ਲਿਆ ਉਸੇ ਤਰ੍ਹਾਂ ਹੀ ਉਹ ਬਾਹਰ ਕਿਤੇ ਕਿੱਲੀ ਤੇ ਟੰਗਿਆ ਪਿਆ, ਸੁੱਖ ਉਹਦਾ ਖਤਮ ਹੋ ਗਿਆ। ਨਵਾਂ ਬੰਗਲਾ ਲੈ ਲਿਆ ਹੈ, ਨਵੀਂ ਗੱਡੀ ਲੈ ਲਈ ਹੈ, 2-4 ਵਾਰੀ ਤੇ ਬੜਾ ਖੁਸ਼ ਹੁੰਦਾ, ਵਿਖਾਉਂਦਾ ਸੱਦ ਕੇ, ਬਾਅਦ ਵਿੱਚ ਉਹਦੀ ਬਣਤਰ ਚੰਗੀ ਨਹੀਂ ਲੱਗਦੀ ਹੈ, ਫਿਰ ਉਹਦਾ ਸੁੱਖ ਉਹ ਰਹਿ ਨਹੀਂ ਜਾਂਦਾ। ਦੁਨੀਆ ਦੇ ਸੁੱਖ ਕੁਝ ਸਮੇਂ ਵਾਸਤੇ ਨੇ, ਕੁਝ ਦਿਨਾਂ ਵਾਸਤੇ, ਮੁੜ ਕੇ ਉਹ ਫਿੱਕੇ ਪੈ ਜਾਂਦੇ, ਫਿਰ ਚੰਗੇ ਨਹੀਂ ਲੱਗਦੇ। ਪਰਮਾਤਮਾ ਐਸਾ ਹੈ, ਸਹਿਜ ਸੁੱਖ, ਉਹਦਾ ਸੁੱਖ ਇੰਨਾ ਹੈ, ਅਚੁੱਤ ਹੈ, ਕਦੇ ਮੁੱਕਦਾ ਹੀ ਨਹੀਂ। ਕਿਉਂ ਨਹੀਂ ਮੁੱਕਦਾ? ਮਹਾਰਾਜ ਕਹਿੰਦੇ ਤਾਂ ਨਹੀਂ ਮੁੱਕਦਾ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਨਵੀਂ ਚੀਜ਼ ਦਾ ਸੁੱਖ ਹੈ ਨਾ, ਨਵਾਂ ਸੂਟ ਸਵਾਇਆ, ਨਵਾਂ ਗਹਿਣਾ ਲਿਆ, ਨਵਾਂ ਘਰ ਲਿਆ, ਨਵੀਂ ਗੱਡੀ ਲਈ ਹੈ, ਸਾਨੂੰ ਬੜਾ ਸੁੱਖ ਮਿਲਦਾ ਵੀ ਲਿਆ ਹੈ, ਪਰ ਕੋਈ ਸਮੇਂ ਬਾਅਦ ਉਹਨੇ ਪੁਰਾਣਾ ਹੋ ਜਾਣਾ, ਫਿਰ ਉਹ ਸੁੱਖ ਖਤਮ ਹੋ ਜਾਣਾ। ਇੱਕ ਪਰਮਾਤਮਾ ਐਸਾ ਜਿਹੜਾ ਪੁਰਾਣਾ ਹੀ ਨਹੀਂ ਹੁੰਦਾ, ਉਹ ਰਹਿੰਦਾ ਹੀ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਹਰ ਵੇਲੇ ਨਵਾਂ ਹੈ। ਇਸ ਕਰਕੇ ਉਹਦੇ ਸੁੱਖ ਜਿਹੜੇ ਨੇ ਉਹ ਵੀ ਅਚੁੱਤ ਨੇ, ਨਹੀਂ ਖਤਮ ਹੋਣ ਵਾਲੇ। ਆਨੰਦ ਘਨੇਰੇ, ਬਹੁਤੇ ਆਨੰਦ ਨੂੰ ਦੇਣ ਵਾਲਾ ਹੈ। ਹਉਮੈ ਬਿਨਤੀ ਗਾਠੇ, ਅਤੇ ਹਉਮੈ ਦੀ ਗੰਢ ਵੀ ਖੁੱਲ ਜਾਂਦੀ ਹੈ, ਹਉਮੈ ਦੀ ਗੰਢ ਵੀ ਖੋਲ ਦਿੰਦਾ ਹੈ। ਸਭ ਕੈ ਮਦ ਸਭ ਹੋਤੇ ਬਾਹਰ, ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਵੀ ਹੈ, ਸਾਰਿਆਂ ਤੋਂ ਬਾਹਰ ਵੀ ਹੈ, ਸਾਰਿਆਂ ਸਰੀਰਾਂ ਦੇ ਵਿੱਚ ਬੈਠਾ ਹੋਇਆ, ਸਾਰਿਆਂ ਤੋਂ ਨਿਰਲੇਪ ਵੀ ਹੈ। ਰਾਗ ਦੋਖ ਤੇ ਨਿਆਰੋ, ਰਾਗ ਨਾਮ ਈਰਖਾ ਦਾ, ਦੋਖ ਰਾਗ ਨਾਮ ਮੋਹ ਦਾ, ਦੋਖ ਨਾਮ ਈਰਖਾ ਦਾ। ਮੋਹ ਤੋਂ, ਈਰਖਾ ਤੋਂ, ਦੁੱਖਾਂ ਤੋਂ ਪਰਮਾਤਮਾ ਨਿਆਰਾ ਹੈ, ਇਹਨਾਂ ਵਿੱਚ ਵਿਆਪਦਾ ਨਹੀਂ ਹੈ। ਨਾਨਕ ਦਾਸ ਗੋਬਿੰਦ ਸਰਨਾਈ, ਸਤਿਗੁਰੂ ਕਹਿਣ ਲੱਗੇ ਉਸ ਗੋਬਿੰਦ ਪਰਮਾਤਮਾ ਦੀ ਸ਼ਰਨ ਵਿੱਚ ਪ੍ਰਾਪਤ ਹੋਏ ਹਾਂ। ਹਰ ਪ੍ਰੀਤਮ ਮਨੇ ਸੁਧਾਰੋ, ਕਿਉਂਕਿ ਉਹ ਪ੍ਰੀਤਮ ਜਿਹੜਾ ਹੈ, ਐਸੀ ਬਖਸ਼ਿਸ਼ ਕਰਨ ਵਾਲਾ ਜਿਹੜਾ ਮਨ ਨੂੰ ਵੀ ਸੁਧਾਰ ਦਿੰਦਾ ਹੈ। ਜਿਨ੍ਹਾਂ ਨੇ ਆਪਣਾ ਮਨ ਸੁਧਾਰਿਆ ਉਹਨਾਂ ਨੂੰ ਪ੍ਰਾਪਤ ਹੋਇਆ ਹੈ, ਤੇ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਮਨੇ ਸੁਧਾਰੋ, ਉਹਨਾਂ ਦੇ ਮਨ ਨੂੰ ਉਹਦਾ ਆਸਰਾ ਮਿਲ ਗਿਆ ਹੈ। ਉਹ ਪ੍ਰਮਾਤਮਾ ਦੇ ਨਾਮ ਦੇ ਆਸਰੇ ਗੁਰਮੁਖ ਹੋ ਗਏ ਹਨ। ਮੈਂ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ। ਸਤਿਗੁਰੂ ਕਹਿਣ ਲੱਗੇ ਭਾਈ ਅਸੀਂ ਖੋਜਦਿਆਂ ਲੱਭਦਿਆਂ ਉਹ ਜੋ ਨਿਹਚਲ ਸਰੂਪ ਪ੍ਰਮਾਤਮਾ ਹੈ, ਉਸ ਦੇ ਘਰ ਰੂਪੀ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਸਭ ਦੁਰਵ ਡਿਠੇ ਜਿਉ ਤਾਂ ਚਰਨ ਕਮਲ ਚਿਤ ਲਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ, ਉਹਦੇ ਚਰਨਾਂ ਕਮਲਾਂ ਦੇ ਨਾਲ ਚਿੱਤ ਲਾਉਣ ਕਰਕੇ ਸਭ ਅਧਰੁਵ ਡਿਠੇ ਜੀ। ਇਹ ਜਿੰਨੇ ਦੁਨੀਆ ਦੇ ਪਦਾਰਥ ਨੇ ਨਾ ਵੇਖੇ ਜਾਂਦੇ, ਇਹ ਸਾਰੇ ਨਾਸਵੰਤ ਜਾਣੇ, ਖਤਮ ਹੋ ਜਾਣ ਵਾਲੇ, ਚਲੇ ਜਾਣ ਵਾਲੇ। ਜਿਨ੍ਹਾਂ ਨੇ ਚਰਨਾਂ ਕਮਲਾਂ ਨਾਲ ਚਿੱਤ ਲਾਇਆ ਹੈ, ਉਹਨਾਂ ਨੇ ਇਹ ਜਾਣ ਲਿਆ ਹੈ ਕਿ ਜਿੰਨੇ ਦੁਨੀਆ ਦੀਆਂ ਵਸਤੂਆਂ ਦਿਸਦੀਆਂ ਪਈਆਂ ਨਾ ਸਾਨੂੰ ਅੱਖਾਂ ਦੇ ਨਾਲ, ਇਹ ਸਾਰੀਆਂ ਚਲੇ ਜਾਣ ਵਾਲੀਆਂ, ਖਤਮ ਹੋ ਜਾਣੇ ਵਾਲੀਆਂ। ਗੁਰਮੁਖੋ ਇਹ ਸਾਡਾ ਸਰੀਰ ਹੈ ਨਾ, ਇਹ ਜਵਾਨੀ ਵਿੱਚ ਬੜਾ ਸੋਹਣਾ ਸੀ, ਬਚਪਨ ਵਿੱਚ ਇਸ ਤੋਂ ਵੀ ਜ਼ਿਆਦਾ ਸੋਹਣਾ ਸੀ। ਬਚਪਨ ਵਾਲਾ ਸੁਹੱਪਣ ਨਹੀਂ ਰਿਹਾ, ਜਵਾਨੀ ਵਿੱਚ ਜਵਾਨੀ ਵਾਲਾ ਨਹੀਂ ਰਿਹਾ, ਬੁਢੇਪੇ ਵਿੱਚ, ਇਹ ਬੁਢੇਪੇ ਵਾਲਾ ਵੀ ਆਉਣ ਵਾਲੇ ਸਮੇਂ ਵਿੱਚ ਨਹੀਂ ਰਹੇਗਾ। ਜੋ ਵੀ ਅਸੀਂ ਵੇਖਦੇ ਪਏ, ਭਾਵੇਂ ਉਹ ਸਾਡਾ ਸਰੀਰ ਹੈ, ਭਾਵੇਂ ਉਹ ਸਾਡਾ ਘਰ ਹੈ, ਭਾਵੇਂ ਉਹ ਪਦਾਰਥ ਨੇ ਖਾਣ ਵਾਲੇ, ਪੀਣ ਵਾਲੇ, ਵੇਖਣ ਵਾਲੇ, ਇਹ ਸਾਰੇ ਚਲੇ ਜਾਣ ਵਾਲੇ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਸਭ ਕੁਝ ਮਿਥਿਆ ਹੈ, ਕੁਝ ਰਹਿਣ ਵਾਲਾ ਨਹੀਂ ਹੈ। ਕਾਵੇ ਅਬਿਨਾਸੀ ਹੋ ਤਿਸ ਕੀ ਦਾਸੀ, ਉਹ ਜਿਹੜਾ ਅਬਿਨਾਸੀ ਪਰਮਾਤਮਾ, ਮੈਂ ਉਸ ਦਾ ਦਾਸ ਹਾਂ। ਮਰੈ ਨਾ ਆਵੇ ਜਾਏ, ਨਾ ਉਹ ਮਰਦਾ ਹੈ, ਨਾ ਉਹ ਜਨਮ ਲੈ ਕੇ ਆਉਂਦਾ, ਨਾ ਦੁਨੀਆ ਛੱਡ ਕੇ ਜਾਂਦਾ ਹੈ। ਉਹ ਪਰਮਾਤਮਾ ਨਾਸ ਤੋਂ ਰਹਿਤ ਹੈ। ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਇਛ ਪੁਜਾਏ। ਸਤਿਗੁਰੂ ਬਖਸ਼ਿਸ਼ ਕਰਦੇ, ਉਹਦਾ ਨਾਮ ਜਪਣ ਦੇ ਨਾਲ ਧਰਮ ਪ੍ਰਾਪਤ ਹੁੰਦਾ ਹੈ।
ਵਿਅਕਤੀ ਧਰਮੀ ਬਣ ਜਾਂਦਾ ਹੈ, ਕਿਉਂਕਿ ਧਰਮੀ ਬੰਦੇ ਦੀ ਬਾਂਹ ਫੜੀ ਜਾਣੀ ਹੈ ਪਰਲੋਕ ਦੇ ਵਿੱਚ। ਜਿਹੜਾ ਬੰਦਾ ਨਿਗੁਰਾ ਹੈ ਨਾ, ਜਿਹਨੇ ਗੁਰੂ ਨਹੀਂ ਬਣਾਇਆ, ਜਿਹੜਾ ਧਰਮ ਵਾਲਾ ਨਹੀਂ ਬਣਿਆ, ਉਹਦੀ ਬਾਂਹ ਕੋਈ ਨਹੀਂ ਫੜੇਗਾ। ਨਿਗੁਰੇ ਕਾ ਹੈ ਨਾਉ ਬੁਰਾ। ਜਿਹੜਾ ਬੰਦਾ ਨਿਗੁਰਾ ਹੈ ਨਾ, ਕਹਿੰਦਾ ਵੀ ਮੈਂ ਕਿਉਂ ਗੁਰੂ ਬਣਾਵਾਂ, ਉਹਦਾ ਤੇ ਨਾਂ ਲੈਣਾ ਮਾੜਾ ਹੈ, ਉਹਦੀ ਪਰਲੋਕ ਵਿੱਚ ਬਾਂਹ ਕਿਸੇ ਨੇ ਨਹੀਂ ਫੜਨੀ ਹੈ। ਇਸ ਕਰਕੇ ਬੇਨਤੀ ਹੈ ਵੀ ਜਿਹੜਾ ਕੋਈ ਨਿਗੁਰਾ ਹੈ ਨਾ, ਜਿਹੜਾ ਗੁਰੂ ਵਾਲਾ ਨਹੀਂ ਬਣਿਆ, ਉਹ ਗੁਰੂ ਵਾਲਾ ਬਣ ਜਾਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਅਸੀਂ ਬਹੁਤ ਉਮਰਾਂ ਮੰਨ ਲਈ ਹੈ, ਬੜਾ ਕੁਝ ਖਾ ਲਿਆ, ਪੀ ਲਿਆ, ਸਵਾਦ ਲੈ ਲਿਆ ਦੁਨੀਆ ਦੇ, ਪਰ ਜੇ ਹੁਣ ਵੀ ਗੁਰੂ ਵਾਲੇ ਨਾ ਬਣੇ ਤੇ ਗੁਰਮੁਖਾ ਇਹ ਨਹੀਂ ਪਤਾ ਵੀ ਕੱਲ ਨੂੰ ਦਿਨ ਤੇਰੀ ਜ਼ਿੰਦਗੀ ਵਿੱਚ ਤੈਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਹੈ। ਕੱਲ ਦਾ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਹੈ ਵੀ ਕੱਲ ਨੂੰ ਅਸੀਂ ਜ਼ਿੰਦਗੀ 'ਚ ਰਵਾਂਗੇ ਦੁਨੀਆ 'ਤੇ ਕਿ ਨਹੀਂ ਰਹਿਣਾ ਹੈ। ਇਹ ਤੇ ਬੜੀ ਵੱਡੀ ਗੱਲ ਹੈ ਵੀ ਅਸੀਂ 80 ਸਾਲ ਦੇ, 50 ਸਾਲ ਦੇ, 100 ਸਾਲ ਦੇ ਹੋ ਗਏ ਹਾਂ, ਸਾਨੂੰ ਉਹਨੇ ਜ਼ਿੰਦਗੀ ਦਿੱਤੀ, ਅਸੀਂ ਨਗੁਰੇ ਰਹਿ, ਬੜਾ ਕੁਝ ਖਾ ਪੀ ਲਿਆ, ਹੁਣ ਹੀ ਗੁਰੂ ਵਾਲੇ ਬਣ ਜਾਈਏ, ਕਿਉਂਕਿ ਨਗੁਰਾ ਬੰਦਾ ਪਰਲੋਕ ਵਿੱਚ ਪ੍ਰਵਾਨ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧਰਮ ਦੀ ਪ੍ਰਾਪਤੀ ਜਿਹੜਾ ਕਰੇਗਾ ਧਰਮੀ ਹੋਵੇਗਾ, ਬਾਂਹ ਉਹਦੀ ਫੜੀ ਜਾਣੀ ਹੈ। ਦੂਜਾ ਅਰਥ ਹੈ ਨਾਮ ਜਪਣ ਵਾਲੇ ਨੂੰ ਅਰਥ ਕਹਿੰਦੇ ਪਦਾਰਥ, ਵਸਤੂਆਂ ਉਹ ਵੀ ਮਿਲ ਜਾਂਦੀਆਂ। ਤੇ ਕਾਮ ਨਾਮ ਕਾਮਨਾ ਦਾ, ਇੱਛਾ ਦਾ, ਮਨ ਦੀਆਂ ਇੱਛਾ ਵੀ ਪੂਰੀਆਂ ਹੁੰਦੀਆਂ, ਇਹ ਸਾਰੀਆਂ ਪੂਰਨ ਹੋ ਜਾਂਦੀਆਂ ਹਨ। ਮਨ ਚਿੰਦੀ ਇੱਛ ਪੁਜਾਏ। ਮਨ ਚਿੰਦੀ ਤੋਂ ਭਾਵ ਹੁੰਦਾ ਹੈ, ਕਈ ਵਾਰੀ ਅਸੀਂ ਪਾਠ ਕਰਦੇ ਹਾਂ, ਕੋਈ ਪੂਜਾ ਕਰਦੇ ਹਾਂ, ਸਾਡੇ ਮਨ ਵਿੱਚ ਇੱਕ ਖਾਸ ਇੱਛਾ ਹੁੰਦੀ ਹੈ ਵੀ ਆਹ ਜ਼ਰੂਰ ਪੂਰੀ ਹੋਵੇ। ਜਿਵੇਂ ਭਗਤ ਧਰੂ ਦਾ ਇਤਿਹਾਸ ਪੜ੍ਹਦੇ ਆ ਨਾ, ਉਹ ਘਰੋਂ ਕਿਸ ਵਾਸਤੇ ਗਿਆ, ਕਿਹੜੀ ਇੱਛਾ ਲੈ ਕੇ? ਇੱਛਾ ਇਹ ਸੀ ਕਿ ਮੈਂ ਰਾਜ ਭਾਗ ਦਾ ਮਾਲਕ ਬਣਾ, ਮੈਂ ਆਪਣੇ ਪਿਤਾ ਦੀ ਗੱਦੀ 'ਤੇ ਬੈਠਾ, ਇਹ ਸੀ ਉਹਦੀ ਮਨ ਦੀ ਇੱਛਾ। ਪਰ ਜਦੋਂ ਨਾਮ ਜਪਿਆ, ਮੁੜ ਕੇ ਸਮਝ ਆ ਗਈ ਵੀ ਮੈਂ ਤੇ ਐਵੇਂ ਝੂਠੇ ਪਦਾਰਥਾਂ ਦੀ ਇੱਛਾ ਰੱਖੀ ਬੈਠਾ, ਰਾਜ ਦਾ ਕੀ ਕਰਨਾ ਹੈ। ਪਰਮਾਤਮਾ ਦੇ ਦਰਸ਼ਨ ਹੋਏ, ਕਹਿਣ ਲੱਗੇ ਮੰਗੋ ਧਰੂ ਜੀ ਕੀ ਚਾਹੀਦਾ ਹੈ। ਧਰੂ ਜੀ ਕਹਿਣ ਲੱਗੇ ਕੁਝ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਕਰਕੇ ਸਭ ਕੁਝ, ਸਾਰੀਆਂ ਭੁੱਖਾਂ ਹੀ ਖਤਮ ਹੋ ਗਈਆਂ, ਇੱਛਾ ਰਹਿ ਹੀ ਕੋਈ ਨਹੀਂ ਗਈ, ਕੁਝ ਨਹੀਂ ਚਾਹੀਦਾ। ਪਰਮਾਤਮਾ ਕਹਿਣ ਲੱਗੇ ਗੱਲ ਠੀਕ ਹੈ, ਤੇਰੀਆਂ ਭੁੱਖਾਂ ਖਤਮ ਹੋ ਗਈਆਂ, ਪਰ ਜਿਹੜੀ ਗੱਲ ਤੂੰ ਘਰੋਂ ਲੈ ਕੇ ਚੱਲਿਆ ਸੀ ਉਹ ਨਹੀਂ ਚਾਹੀਦੀ। ਕਹਿਣ ਲੱਗੇ ਜੀ ਉਹ ਵੀ ਨਹੀਂ ਚਾਹੀਦੀ, ਰਾਜ ਵੀ ਨਹੀਂ ਚਾਹੀਦਾ। ਕਹਿਣ ਲੱਗੇ ਭਾਵੇਂ ਤੈਨੂੰ ਨਹੀਂ ਚਾਹੀਦਾ ਪਰ ਅਸੀਂ ਜ਼ਰੂਰ ਦੇਵਾਂਗੇ, ਤੇਰੇ ਮਨ ਦੀ ਉਹ ਇੱਛਾ ਸੀ ਨਾ ਜ਼ਰੂਰ ਪੂਰੀ ਕਰਾਂਗੇ। ਵਿਦਵਾਨ ਕਹਿੰਦੇ 36,000 ਸਾਲ ਉਹਨੇ ਰਾਜ ਕੀਤਾ, ਐਡਾ ਵੱਡਾ ਰਾਜ ਭਾਗ ਕਮਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਚਿੰਦੀ, ਜਿਹੜੇ ਮਨ ਵਿੱਚ ਵਿਸ਼ੇਸ਼ ਇੱਛਾ ਹੁੰਦੀ ਹੈ, ਇੱਛ ਪੁਜਾਏ, ਪਰਮਾਤਮਾ ਉਹ ਵੀ ਪੂਰੀ ਕਰ ਦਿੰਦਾ ਹੈ। ਸੁਰਤ ਸਿਮਰਤ ਗੁਣ ਗਾਵੇ ਕਰਤੇ। ਐ ਕਰਤੇ ਅਕਾਲ ਪੁਰਖ, ਜਿਹੜੀਆਂ ਵੇਦਾਂ ਦੀਆਂ ਸੁਰਤੀਆਂ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਲੋਕ ਜਿਹੜੇ ਵੇਦਾਂ ਵਿੱਚ ਲਿਖੇ ਨੇ ਉਹਨਾਂ ਨੂੰ ਸੁਰਤੀਆਂ ਕਿਹਾ ਜਾਂਦਾ ਹੈ। ਕਹਿਣ ਲੱਗੇ ਵੇਦਾਂ ਦੀਆਂ ਸੁਰਤੀਆਂ ਵੀ ਤੈਨੂੰ ਜਪਦੀਆਂ ਪਈਆਂ, ਇਸੇ ਤਰ੍ਹਾਂ 27 ਸਿਮਰਤੀਆਂ ਵੀ ਤੇਰੇ ਗੁਣ ਨੂੰ ਗਾਉਂਦੀਆਂ ਹਨ। ਸਿੱਧ ਸਾਧਕ ਮਨ ਜਨ ਧਿਆਇਆ, ਜਿਹੜੇ 84 ਸਿੱਧ ਨੇ, ਗੋਰਖਨਾਥ, ਮਛੰਦਰਨਾਥ, ਭੰਗਰਨਾਥ ਵਰਗੇ, ਉਹ ਵੀ ਤੈਨੂੰ ਜਪਦੇ ਪਏ। ਸਾਧਕ ਜਿਹੜੇ ਸਾਧਨਾ ਕਰਨ ਵਾਲੇ, ਜਗਿਆਸੂ, ਉਹ ਵੀ ਤੇਰੇ ਨਾਮ ਨੂੰ ਧਿਆਉਂਦੇ ਨੇ। ਵੱਡੇ ਵੱਡੇ ਮੁਨੀ, ਸ੍ਰਿੰਗੀ ਰਿਖੀ ਵਰਗੇ, ਉਹ ਵੀ ਤੇਰੇ ਨਾਮ ਨੂੰ ਜਪਦੇ ਪਏ। ਜਨ ਜਿਹੜੇ ਭਗਤ ਹਨ ਉਹਨਾਂ ਨੇ ਵੀ ਧਿਆਇਆ ਹੈ। ਨਾਨਕ ਸਰਨ ਕਿਰਪਾ ਨਿਤ ਸੁਆਮੀ, ਵਡ ਭਾਗੀ ਹਰ ਹਰ ਗਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੱਡਿਆਂ ਭਾਗਾਂ ਵਾਲਿਆਂ ਨੇ ਉਹ ਜਿਹੜਾ ਕਿਰਪਾ ਦਾ ਖਜ਼ਾਨਾ ਪਰਮਾਤਮਾ ਹੈ ਉਹਦੀ ਸ਼ਰਨ ਪ੍ਰਾਪਤ ਕੀਤੀ ਹੈ, ਤੇ ਜਿਨ੍ਹਾਂ ਨੇ ਸ਼ਰਨ ਪ੍ਰਾਪਤ ਕੀਤੀ ਹੈ ਉਹਨਾਂ ਨੇ ਹਰੀ ਹਰ ਪਰਮਾਤਮਾ ਦੇ ਨਾਮ ਨੂੰ ਗਾਇਆ ਹੈ, ਉਹਨਾਂ ਨੇ ਉਹਦੇ ਨਾਮ ਨੂੰ ਜਪਿਆ ਹੈ। ਵਡਭਾਗੀ ਹਰ ਹਰ ਗਾਇਆ,
ਵੱਡਿਆਂ ਭਾਗਾਂ ਵਾਲੇ ਉਹਦੇ ਨਾਮ ਨੂੰ ਗਾਉਂਦੇ ਨੇ, ਉਹਦੇ ਨਾਮ ਨੂੰ ਜਪਦੇ ਨੇ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸਜਣ ਅਸੀਂ ਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਸੁਰਤ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮਨ ਚੰਨ ਧਿਆਇਆ। ਨਾਨਕ ਸਰਨ ਕਿਰਪਾ ਨਿਰ ਸੁਆਮੀ, ਵਡ ਭਾਗੀ ਹਰ ਹਰ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।